ਸਾਰੇ ਹੀ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਅੱਜ ਅਸੀਂ ਪਾਠ 3 ਪਰਮਾਣੂ ਅਤੇ ਅਣੂ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ। ਮੈਂ ਸੁਖਵਿੰਦਰ ਕੌਰ, ਸਾਇੰਸ ਮਿਸਟਰਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਧੂਪੁਰ ਕਲਾਂ, ਬਲਾਕ ਖਮਾਣੋ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਹਾਂ। ਅਸੀਂ ਸਭ ਤੋਂ ਪਹਿਲਾਂ ਇਹ ਜਾਣਾਂਗੇ ਕਿ ਪਰਮਾਣੂ ਕੀ ਹੈ। ਪਰਮਾਣੂ ਦੇ ਬਾਰੇ ਬਹੁਤ ਸਮੇਂ ਤੋਂ ਗੱਲਬਾਤ ਹੁੰਦੀ ਆ ਰਹੀ ਹੈ। ਭਾਰਤੀ ਦਾਰਸ਼ਨਿਕਾਂ ਅਤੇ ਗ੍ਰੀਕ ਦਾਰਸ਼ਨਿਕਾਂ ਨੇ ਵੀ ਇਸ ਦੇ ਬਾਰੇ ਆਪਣੇ ਮਤ ਅੱਜ ਤੋਂ 500 ਸਾਲ ਪਹਿਲਾਂ ਦੇ ਦਿੱਤੇ ਸੀ। ਭਾਰਤੀ ਦਾਰਸ਼ਨਿਕ ਮਹਾਰਿਸ਼ੀ ਕਨਾਡ ਨੇ ਕਿਹਾ ਕਿ ਜੇ ਅਸੀਂ ਪਦਾਰਥ ਨੂੰ ਵੰਡਦੇ ਜਾਂਦੇ ਹਾਂ ਤਾਂ ਸਾਨੂੰ ਛੋਟੇ ਛੋਟੇ ਕਣ ਪ੍ਰਾਪਤ ਹੁੰਦੇ ਹਨ, ਅਤੇ ਜੇ ਅਸੀਂ ਲਗਾਤਾਰ ਇਸੇ ਤਰ੍ਹਾਂ ਹੀ ਵੰਡਦੇ ਗਏ ਤਾਂ ਅੰਤ ਵਿੱਚ ਇੱਕ ਸੀਮਾ ਆਵੇਗੀ ਜਦੋਂ ਪ੍ਰਾਪਤ ਕਣ ਨੂੰ ਹੋਰ ਨਹੀਂ ਵੰਡਿਆ ਜਾ ਸਕੇਗਾ। ਇਸ ਨਾ ਵੰਡਣ ਯੋਗ ਕਣ ਨੂੰ ਉਹਨਾਂ ਨੇ ਪਰਮਾਣੂ ਕਿਹਾ। ਇਸੇ ਸਮੇਂ ਦੌਰਾਨ ਗ੍ਰੀਕ ਦਾਰਸ਼ਨਿਕਾਂ ਨੇ ਵੀ ਇਹ ਸੁਝਾਅ ਦਿੱਤਾ ਕਿ ਜੇ ਅਸੀਂ ਪਦਾਰਥ ਨੂੰ ਵੰਡਦੇ ਜਾਈਏ ਤਾਂ ਇੱਕ ਅਜਿਹੀ ਸਥਿਤੀ ਆਵੇਗੀ ਜਦੋਂ ਕਣ ਨੂੰ ਹੋਰ ਨਹੀਂ ਵੰਡਿਆ ਜਾ ਸਕੇਗਾ, ਜਿਸ ਨੂੰ ਉਹਨਾਂ ਨੇ ਪਰਮਾਣੂ ਨਾ ਵੰਡਣ ਯੋਗ ਦਾ ਨਾਮ ਦਿੱਤਾ। ਇਸ ਤੋਂ ਬਾਅਦ ਵੀ ਲਗਾਤਾਰ ਵਿਗਿਆਨੀਆਂ ਵੱਲੋਂ ਇਸ ਬਾਰੇ ਵਿੱਚ ਪ੍ਰਯੋਗ ਚੱਲਦੇ ਰਹੇ ਅਤੇ ਇਸ ਦੇ ਬਾਰੇ ਉਹ ਲਗਾਤਾਰ ਖੋਜ ਦੇ ਵਿੱਚ ਲੱਗੇ ਰਹੇ। ਇਹ ਵਿਗਿਆਨੀਆਂ ਵਾਸਤੇ ਬੜੇ ਅਚਰਜ ਵਾਲੀ ਗੱਲ ਸੀ ਕਿ ਤੱਤ ਕਿਵੇਂ ਅਤੇ ਕਿਉਂ ਸੰਯੋਗ ਕਰਦੇ ਹਨ। 18ਵੀਂ ਸਦੀ ਦੇ ਅੰਤ ਤੱਕ ਵਿਗਿਆਨੀਆਂ ਨੇ ਤੱਤਾਂ ਅਤੇ ਯੌਗਿਕਾਂ ਦੇ ਸੁਭਾਅ ਨੂੰ ਸਮਝਿਆ ਅਤੇ ਇਹ ਪਤਾ ਲਗਾਉਣਾ ਚਾਹਿਆ ਕਿ ਤੱਤ ਕਿਵੇਂ ਅਤੇ ਕਿਉਂ ਸੰਯੋਗ ਕਰਦੇ ਹਨ, ਤੇ ਜਦੋਂ ਤੱਤ ਆਪਸ ਵਿੱਚ ਸੰਯੋਗ ਕਰਦੇ ਹਨ ਤਾਂ ਉਸ ਦਾ ਨਤੀਜਾ ਕੀ ਹੁੰਦਾ ਹੈ। ਕਿਉਂਕਿ ਸਾਡੇ ਆਸ-ਪਾਸ ਜਿੰਨੇ ਵੀ ਪਦਾਰਥ ਸਾਨੂੰ ਮਿਲਦੇ ਹਨ ਸਾਰੇ ਤੱਤ ਨਹੀਂ ਹੁੰਦੇ। ਉਹਨਾਂ ਵਿੱਚੋਂ ਕੁਝ ਯੌਗਿਕ ਹੁੰਦੇ ਹਨ, ਕੁਝ ਮਿਸ਼ਰਣ ਹੁੰਦੇ ਹਨ। ਤਾਂ ਇਹਨਾਂ ਯੌਗਿਕਾਂ, ਮਿਸ਼ਰਣਾਂ ਅਤੇ ਤੱਤਾਂ ਨੂੰ ਦੇਖ ਕੇ ਹੀ ਉਹਨਾਂ ਦੇ ਮਨ ਵਿੱਚ ਇਹ ਸਵਾਲ ਉੱਠਦਾ ਸੀ ਕਿ ਇਹ ਯੌਗਿਕ ਕਿਵੇਂ ਬਣਦੇ ਹਨ। ਤੱਤਾਂ ਤੋਂ ਯੌਗਿਕ ਦਾ ਬਣਨਾ ਜਾਂ ਮਿਸ਼ਰਣਾਂ ਦਾ ਬਣਨਾ ਉਹਨਾਂ ਦੇ ਲਈ ਬੜੇ ਹੀ ਅਚਰਜ ਵਾਲੀ ਗੱਲ ਸੀ। ਸੋ ਲਗਾਤਾਰ ਇਹੋ ਜਿਹੇ ਸਵਾਲ ਉਹਨਾਂ ਦੇ ਮਨ ਵਿੱਚ ਉੱਠਦੇ ਰਹਿੰਦੇ ਸਨ। ਇਸੇ ਸਮੇਂ ਦੌਰਾਨ ਇੱਕ ਮਹਾਨ ਵਿਗਿਆਨਿਕ ਲੈਵੋਜ਼ੀਅਰ ਨੇ ਰਸਾਇਣਿਕ ਸੰਯੋਜਨ ਦੇ 2 ਮਹੱਤਵਪੂਰਨ ਨਿਯਮ ਸਥਾਪਿਤ ਕੀਤੇ। ਇਹ 2 ਮਹੱਤਵਪੂਰਨ ਨਿਯਮ ਸਨ, ਪੁੰਜ ਸੁਰੱਖਿਅਣ ਦਾ ਨਿਯਮ ਅਤੇ ਦੂਸਰਾ ਸਥਿਰ ਅਨੁਪਾਤ ਦਾ ਨਿਯਮ। ਪੁੰਜ ਸੁਰੱਖਿਅਣ ਦਾ ਨਿਯਮ, ਇਸ ਨਿਯਮ ਅਨੁਸਾਰ ਕਿਸੇ ਰਸਾਇਣਿਕ ਪ੍ਰਤੀਕਿਰਿਆ ਵਿੱਚ ਪੁੰਜ ਦਾ ਨਾ ਤਾਂ ਸਿਰਜਣ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਵਿਨਾਸ਼। ਬੇਟਾ, ਤੁਸੀਂ ਸਾਰੇ ਵੀ ਇਸ ਗੱਲ ਤੋਂ ਵਾਕਿਫ ਹੋਵੋਗੇ ਕਿ ਆਪਣੇ ਆਸ-ਪਾਸ ਜਿੰਨੇ ਮਰਜ਼ੀ ਕਾਬਿਲ ਵਿਗਿਆਨੀ ਹੋਣ, ਦੁਨੀਆ ਦੇ ਵਿੱਚ ਵੀ ਕਾਬਿਲ ਵਿਗਿਆਨੀਆਂ ਦੀ ਕਮੀ ਨਹੀਂ ਹੈ, ਪਰੰਤੂ ਕੋਈ ਵੀ ਵਿਗਿਆਨੀ ਪੁੰਜ ਨੂੰ ਨਾ ਤਾਂ ਸਿਰਜਣ ਦੇ ਵਿੱਚ ਕਾਮਯਾਬ ਹੋ ਸਕਿਆ ਅਤੇ ਨਾ ਹੀ ਉਸ ਦਾ ਪੂਰੀ ਤਰ੍ਹਾਂ ਵਿਨਾਸ਼ ਕਰ ਸਕੇ। ਇਹ ਸਾਰੇ ਵਿਗਿਆਨੀ ਪੁੰਜ ਨੂੰ ਇੱਕ ਰੂਪ ਤੋਂ ਦੂਸਰੇ ਰੂਪ ਵਿੱਚ ਸਿਰਫ ਬਦਲ ਸਕਦੇ ਹਨ, ਨਾ ਉਸ ਦਾ ਵਿਨਾਸ਼ ਕਰ ਸਕਦੇ ਹਨ, ਨਾ ਹੀ ਉਸ ਦਾ ਸਿਰਜਣ ਕਰ ਸਕਦੇ ਹਨ। ਪੁੰਜ ਜਿਵੇਂ ਦਾ ਹੈ ਉਸੇ ਤਰ੍ਹਾਂ ਕੁਦਰਤ ਵਿੱਚ ਮੌਜੂਦ ਹੈ। ਇਸ ਵਿੱਚ ਬਦਲਾਵ ਤਾਂ ਆਉਂਦੇ ਰਹਿੰਦੇ ਹਨ, ਪਰੰਤੂ ਇਸ ਵਿੱਚ ਵਾਧਾ ਜਾਂ ਘਾਟਾ ਨਹੀਂ ਹੋ ਸਕਦਾ। ਇਸ ਨਿਯਮ ਨੂੰ ਪੁੰਜ ਸੁਰੱਖਿਅਣ ਦਾ ਨਿਯਮ ਕਿਹਾ ਜਾਂਦਾ ਹੈ। ਸੋ ਫਿਰ ਤੋਂ ਅਸੀਂ ਦੁਹਰਾਉਂਦੇ ਹਾਂ, ਇਸ ਨਿਯਮ ਅਨੁਸਾਰ
ਕਿਸੇ ਰਸਾਇਣਿਕ ਪ੍ਰਤੀਕਿਰਿਆ ਵਿੱਚ ਪੁੰਜ ਦਾ ਨਾ ਤਾਂ ਸਿਰਜਣ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਵਿਨਾਸ਼। ਤੁਸੀਂ ਵੀ ਦੇਖਿਆ ਹੋਣਾ ਕਿ ਜੇ ਅਸੀਂ ਆਮ ਘਰਾਂ ਦੇ ਵਿੱਚ ਦੁੱਧ ਤੋਂ ਦਹੀਂ ਜਮਾਉਂਦੇ ਹਾਂ ਤਾਂ ਜੇ ਇੱਕ ਕੌਲੀ ਦੇ ਵਿੱਚ ਦੁੱਧ ਜਮਾਇਆ ਹੈ ਤਾਂ ਦਹੀਂ ਵੀ ਇੱਕ ਕੌਲੀ ਹੀ ਹੋਏਗਾ। ਜੇ ਅਸੀਂ ਉਸ ਦਾ ਭਾਰ ਤੋਲ ਕੇ ਦੇਖੀਏ ਜਾਂ ਉਸ ਦਾ ਪੁੰਜ ਪਤਾ ਕਰੀਏ ਤਾਂ ਉਸ ਦੇ ਵਿੱਚ ਵੀ ਕੋਈ ਬਹੁਤਾ ਫਰਕ ਨਹੀਂ ਆਵੇਗਾ। ਸੋ ਇਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਪੁੰਜ ਦਾ ਨਾ ਤਾਂ ਸਿਰਜਣ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਵਿਨਾਸ਼। ਦੂਸਰਾ ਮਹੱਤਵਪੂਰਨ ਨਿਯਮ ਜੋ ਲੈਵੋਜ਼ੀਅਰ ਨੇ ਸਥਾਪਿਤ ਕੀਤਾ ਉਹ ਸੀ ਸਥਿਰ ਅਨੁਪਾਤ ਦਾ ਨਿਯਮ। ਇਸ ਨਿਯਮ ਦੇ ਅਨੁਸਾਰ ਕਿਸੇ ਵੀ ਯੌਗਿਕ ਵਿੱਚ ਤੱਤ ਹਮੇਸ਼ਾ ਇੱਕ ਨਿਸ਼ਚਿਤ ਪੁੰਜ ਦੇ ਅਨੁਪਾਤ ਵਿੱਚ ਮੌਜੂਦ ਹੁੰਦੇ ਹਨ। ਤੁਸੀਂ ਆਮ ਦੇਖਿਆ ਹੋਣਾ ਜਿਵੇਂ ਕਿ ਅਸੀਂ ਪਾਣੀ ਦੇ ਨਾਲ ਵਾਕਿਫ ਹਾਂ। ਪਾਣੀ ਦੇ ਵਿੱਚ ਦੋ ਤੱਤ ਹੁੰਦੇ ਹਨ, ਹਾਈਡਰੋਜਨ ਅਤੇ ਆਕਸੀਜਨ। ਇਹ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਪਾਣੀ ਵਿੱਚ ਦੋ ਤੱਤ ਹਨ? ਜਦੋਂ ਆਪਾਂ ਕਿਰਿਆਵਾਂ ਕਰਦੇ ਸਮੇਂ ਪਾਣੀ ਦਾ ਅਪਘਟਨ ਕੀਤਾ ਸੀ, ਬਿਜਲਈ ਅਪਘਟਨ, ਤਾਂ ਉਸ ਸਮੇਂ ਦੋ ਤੱਤ ਪੈਦਾ ਹੋਏ ਸਨ, ਹਾਈਡਰੋਜਨ ਅਤੇ ਦੂਸਰਾ ਆਕਸੀਜਨ। ਔਰ ਅਸੀਂ ਇਹ ਵੀ ਦੇਖਿਆ ਸੀ ਕਿ ਹਾਈਡਰੋਜਨ ਦੀ ਮਾਤਰਾ ਆਕਸੀਜਨ ਦੇ ਮੁਕਾਬਲੇ ਜ਼ਿਆਦਾ ਸੀ। ਔਰ ਜਿੰਨੀ ਵਾਰ ਵੀ ਅਸੀਂ ਪਾਣੀ ਦਾ ਅਪਘਟਨ ਕਰਾਂਗੇ ਹਮੇਸ਼ਾ ਹੀ ਅਸੀਂ ਦੇਖਾਂਗੇ ਕਿ ਆਕਸੀਜਨ ਦੀ ਮਾਤਰਾ ਹਾਈਡਰੋਜਨ ਦੇ ਮੁਕਾਬਲੇ ਘੱਟ ਹੁੰਦੀ ਹੈ। ਹਾਈਡਰੋਜਨ ਉਸ ਦੇ ਮੁਕਾਬਲੇ ਦੁੱਗਣੇ ਮਾਤਰਾ ਵਿੱਚ ਪੈਦਾ ਹੁੰਦੀ ਹੈ। ਸੋ ਇਹਨਾਂ ਦਾ ਅਨੁਪਾਤ ਹਮੇਸ਼ਾ ਨਿਸ਼ਚਿਤ ਹੁੰਦਾ ਹੈ। ਪਾਣੀ ਦੇ ਵਿੱਚ ਹਾਈਡਰੋਜਨ ਅਤੇ ਆਕਸੀਜਨ ਦਾ ਅਨੁਪਾਤ ਆਇਤਨ ਦੇ ਆਧਾਰ 'ਤੇ ਜੇ ਅਸੀਂ ਦੇਖੀਏ ਤਾਂ 2:1 ਹੁੰਦਾ ਹੈ ਅਤੇ ਜੇ ਅਸੀਂ ਪੁੰਜ ਦੇ ਆਧਾਰ 'ਤੇ ਦੇਖੀਏ ਤਾਂ ਹਾਈਡਰੋਜਨ ਤੇ ਆਕਸੀਜਨ ਦਾ ਅਨੁਪਾਤ ਪਾਣੀ ਵਿੱਚ 1:8 ਹੁੰਦਾ ਹੈ। ਇਸੇ ਤਰ੍ਹਾਂ ਹੋਰ ਸਾਰੇ ਯੌਗਿਕਾਂ ਵਿੱਚ ਵੀ ਤੱਤ ਹਮੇਸ਼ਾ ਨਿਸ਼ਚਿਤ ਪੁੰਜ ਦੇ ਅਨੁਪਾਤ ਵਿੱਚ ਮੌਜੂਦ ਹੁੰਦੇ ਹਨ। ਉਹਨਾਂ ਦਾ ਸੰਯੋਜਨ ਜਦੋਂ ਹੁੰਦਾ ਹੈ ਤਾਂ ਕਿਸੇ ਨਿਸ਼ਚਿਤ ਅਨੁਪਾਤ ਵਿੱਚ ਹੀ ਹੁੰਦਾ ਹੈ, ਤਾਂ ਹੀ ਉਸ ਤੋਂ ਯੌਗਿਕ ਬਣਦੇ ਹਨ। ਮਿਸ਼ਰਣ ਵਿੱਚ ਅਨੁਪਾਤ ਭਿੰਨ ਹੋ ਸਕਦਾ ਹੈ। ਕਿਸੇ ਇੱਕ ਤੱਤ ਦਾ ਅਨੁਪਾਤ ਜ਼ਿਆਦਾ ਹੋ ਸਕਦਾ ਹੈ, ਕਿਸੇ ਇੱਕ ਤੱਤ ਦੀ ਮਾਤਰਾ ਜ਼ਿਆਦਾ ਹੋ ਸਕਦੀ ਹੈ, ਕਿਸੇ ਦੂਸਰੇ ਦੀ ਘੱਟ ਹੋ ਸਕਦੀ ਹੈ, ਪਰੰਤੂ ਯੌਗਿਕ ਵਿੱਚ ਹਮੇਸ਼ਾ ਉਸ ਦਾ ਅਨੁਪਾਤ ਨਿਸ਼ਚਿਤ ਹੁੰਦਾ ਹੈ, ਚਾਹੇ ਅਸੀਂ ਉਸ ਨੂੰ ਪੁੰਜ ਦੇ ਆਧਾਰ 'ਤੇ ਦੇਖੀਏ, ਚਾਹੇ ਅਸੀਂ ਉਸ ਦੇ ਆਇਤਨ ਨੂੰ ਮਾਪ ਕੇ ਦੇਖੀਏ। ਸੋ ਇੱਕ ਨਿਸ਼ਚਿਤ ਅਨੁਪਾਤ ਵਿੱਚ ਹੀ ਇਹ ਸੰਯੋਗ ਕਰਕੇ ਯੌਗਿਕ ਬਣਾਉਂਦੇ ਹਨ। ਸੋ ਇਹ ਦੋ ਨਿਯਮ ਜਿਨ੍ਹਾਂ ਨੂੰ ਕਿ ਰਸਾਇਣਿਕ ਸੰਯੋਜਨ ਦੇ ਨਿਯਮ ਕਿਹਾ ਜਾਂਦਾ ਹੈ, ਪੁੰਜ ਸੁਰੱਖਿਅਣ ਦਾ ਨਿਯਮ ਅਤੇ ਦੂਸਰਾ ਸਥਿਰ ਅਨੁਪਾਤ ਦਾ ਨਿਯਮ, ਇਹ ਦੋ ਨਿਯਮਾਂ ਨੇ ਪਰਮਾਣੂ ਦੇ ਬਾਰੇ ਜਾਣਕਾਰੀ ਹਾਸਲ ਕਰਨ ਦੇ ਵਿੱਚ ਕਾਫੀ ਮਦਦ ਕੀਤੀ। ਇਹਨਾਂ ਨਿਯਮਾਂ ਦੇ ਆਧਾਰ 'ਤੇ ਅਤੇ ਹੋਰ ਬਹੁਤ ਸਾਰੇ ਪ੍ਰਯੋਗਾਂ ਦੇ ਆਧਾਰ 'ਤੇ ਡਾਲਟਨ, ਇੱਕ ਜਾਣੇ-ਮਾਣੇ ਵਿਗਿਆਨੀ ਨੇ ਪਰਮਾਣੂ ਦਾ ਸਿਧਾਂਤ ਦਿੱਤਾ। ਉਹਨਾਂ ਦੇ ਪਰਮਾਣੂ ਸਿਧਾਂਤ ਦੇ ਅਨੁਸਾਰ ਸਾਰੇ ਪਦਾਰਥ ਪਰਮਾਣੂਆਂ ਤੋਂ ਬਣਦੇ ਹਨ। ਇਹ ਪਰਮਾਣੂ ਹੁੰਦੇ ਕੀ ਹਨ? ਪਰਮਾਣੂ ਨਾ ਵੰਡਣ ਯੋਗ ਸੂਖਮਤਮ ਕਣ ਹੁੰਦੇ ਹਨ, ਜਿਨ੍ਹਾਂ ਦਾ ਰਸਾਇਣਿਕ ਪ੍ਰਤੀਕਿਰਿਆ ਵਿੱਚ ਨਾ ਸਿਰਜਣ ਹੁੰਦਾ ਹੈ ਅਤੇ ਨਾ ਹੀ ਵਿਨਾਸ਼। ਦਿੱਤੇ ਗਏ ਤੱਤ ਦੇ ਸਾਰੇ ਪਰਮਾਣੂਆਂ ਦਾ ਪੁੰਜ ਅਤੇ ਰਸਾਇਣਿਕ ਗੁਣ ਸਮਾਨ ਹੁੰਦੇ ਹਨ। ਜੇ ਕਿਸੇ ਤੱਤ ਦੇ ਪਰਮਾਣੂਆਂ ਨੂੰ ਅਸੀਂ ਲੈ ਲਈਏ, ਮੰਨ ਲਓ ਲੋਹਾ, ਲੋਹੇ ਦੇ ਕੋਈ ਵੀ ਪਰਮਾਣੂ ਅਸੀਂ ਲੈ ਲਈਏ, ਉਸ ਦੇ ਸਾਰੇ ਪਰਮਾਣੂਆਂ ਦੇ ਪੁੰਜ ਅਤੇ ਰਸਾਇਣਿਕ ਗੁਣ ਇੱਕੋ ਜਿਹੇ ਹੋਣਗੇ। ਭੌਤਿਕ ਗੁਣਾਂ ਵਿੱਚ ਥੋੜ੍ਹਾ ਬਹੁਤ ਅੰਤਰ ਆ ਸਕਦਾ ਹੈ, ਪਰੰਤੂ ਰਸਾਇਣਿਕ ਗੁਣਾਂ ਵਿੱਚ ਕੋਈ ਅੰਤਰ ਨਹੀਂ ਹੁੰਦਾ ਅਤੇ ਨਾ ਹੀ ਉਸ ਪਰਮਾਣੂਆਂ ਦੇ ਪੁੰਜ ਵਿੱਚ ਅੰਤਰ ਹੁੰਦਾ ਹੈ। ਇਸੇ ਤਰ੍ਹਾਂ ਜੇ ਅਸੀਂ ਦੋ ਵੱਖ-ਵੱਖ ਤੱਤਾਂ ਦੇ ਪਰਮਾਣੂ ਲਈਏ
ਤਾਂ ਉਹਨਾਂ ਦੇ ਪੁੰਜ ਅਤੇ ਰਸਾਇਣਿਕ ਗੁਣ ਹਮੇਸ਼ਾ ਵੱਖ-ਵੱਖ ਹੁੰਦੇ ਹਨ। ਉਦਾਹਰਣ ਦੇ ਤੌਰ 'ਤੇ ਲੋਹਾ ਅਤੇ ਤਾਂਬੇ ਦੇ ਪਰਮਾਣੂਆਂ ਦਾ ਪੁੰਜ ਵੀ ਵੱਖੋ ਵੱਖਰਾ ਹੋਵੇਗਾ ਅਤੇ ਉਹਨਾਂ ਦੇ ਰਸਾਇਣਿਕ ਗੁਣ ਵੀ ਵੱਖੋ ਵੱਖਰੇ ਹੋਣਗੇ। ਔਰ ਜਦੋਂ ਵੱਖ-ਵੱਖ ਤੱਤਾਂ ਦੇ ਪਰਮਾਣੂ ਆਪਸ ਵਿੱਚ ਮਿਲ ਕੇ ਯੌਗਿਕ ਬਣਾਉਂਦੇ ਹਨ ਤਾਂ ਹਮੇਸ਼ਾ ਇੱਕ ਛੋਟੀ ਪੂਰਨ ਸੰਖਿਆ ਦੇ ਅਨੁਪਾਤ ਵਿੱਚ ਸੰਯੋਗ ਕਰਦੇ ਹਨ। ਜਿਵੇਂ ਕਿ ਹੁਣੇ ਆਪਾਂ ਨੇ ਉਦਾਹਰਣ ਲਈ ਸੀ ਪਾਣੀ ਦੀ। ਪਾਣੀ ਨੂੰ ਬਣਾਉਣ ਵਾਸਤੇ ਦੋ ਤੱਤ ਹਾਈਡਰੋਜਨ ਅਤੇ ਆਕਸੀਜਨ ਦੋ ਸਹੀ ਇੱਕ ਅਨੁਪਾਤ ਵਿੱਚ ਸੰਯੋਗ ਕਰਕੇ ਪਾਣੀ ਦਾ ਨਿਰਮਾਣ ਕਰਦੇ ਹਨ। ਕਿਸੇ ਵੀ ਯੌਗਿਕ ਦੇ ਪਰਮਾਣੂਆਂ ਦੀ ਸਾਪੇਖ ਸੰਖਿਆ ਅਤੇ ਕਿਸਮਾਂ ਨਿਸ਼ਚਿਤ ਹੁੰਦੀਆਂ ਹਨ। ਸੋ ਕਿਸੇ ਯੌਗਿਕ ਦੇ ਪਰਮਾਣੂਆਂ ਦੀਆਂ ਕਿਸਮਾਂ ਵੀ ਨਿਸ਼ਚਿਤ ਹੁੰਦੀਆਂ ਹਨ ਅਤੇ ਉਸ ਦੀ ਸਾਪੇਖ ਸੰਖਿਆ ਵੀ ਨਿਸ਼ਚਿਤ ਹੁੰਦੀ ਹੈ। ਇਹ ਸਾਰੇ ਪੁਆਇੰਟ ਡਾਲਟਨ ਦੇ ਪਰਮਾਣੂ ਸਿਧਾਂਤ ਨੂੰ ਦਰਸਾਉਂਦੇ ਹਨ। ਹੁਣ ਅਸੀਂ ਅੱਗੇ ਜਾਣਕਾਰੀ ਹਾਸਲ ਕਰਾਂਗੇ ਪਰਮਾਣੂ ਕੀ ਹੁੰਦਾ ਹੈ ਅਤੇ ਪਰਮਾਣੂ ਕਿੰਨੇ ਵੱਡੇ ਹੁੰਦੇ ਹਨ। ਪਰਮਾਣੂ ਸਾਰੇ ਪਦਾਰਥ ਦੀ ਰਚਨਾਤਮਕ ਇਕਾਈ ਹਨ। ਇਸ ਤੋਂ ਕੀ ਭਾਵ ਹੈ? ਬੇਟਾ ਤੁਸੀਂ ਕਦੇ ਕਿਸੇ ਇਮਾਰਤ ਨੂੰ ਬਣਦੇ ਹੋਏ ਦੇਖਿਆ ਹੋਵੇਗਾ। ਤੁਸੀਂ ਦੇਖਿਆ ਹੋਵੇਗਾ ਕਿ ਮਿਸਤਰੀ ਇੱਟਾਂ ਦੀ ਚਿਣਾਈ ਕਰਦਾ ਜਾਂਦਾ ਹੈ ਅਤੇ ਦੀਵਾਰ ਦਾ ਨਿਰਮਾਣ ਕਰਦਾ ਹੈ। ਇਸੇ ਤਰ੍ਹਾਂ ਦੀਆਂ ਦੀਵਾਰਾਂ ਦਾ ਨਿਰਮਾਣ ਕਰਕੇ ਉਹ ਸਾਰੀ ਇਮਾਰਤ ਦਾ ਨਿਰਮਾਣ ਕਰ ਦਿੰਦਾ ਹੈ। ਇਸੇ ਤਰ੍ਹਾਂ ਜੋ ਆਸ-ਪਾਸ ਸਾਨੂੰ ਵਸਤੂਆਂ ਨਜ਼ਰ ਆਉਂਦੀਆਂ ਹਨ ਇਹ ਵੀ ਪਰਮਾਣੂਆਂ ਤੋਂ ਹੀ ਬਣੀਆਂ ਹੋਈਆਂ ਹਨ। ਜਿਵੇਂ ਕਿ ਇੱਟਾਂ ਨੂੰ ਇਮਾਰਤ ਦੀ ਰਚਨਾਤਮਕ ਇਕਾਈ ਕਿਹਾ ਜਾ ਸਕਦਾ ਹੈ, ਬਿਲਕੁਲ ਉਸੇ ਤਰ੍ਹਾਂ ਹੀ ਪਰਮਾਣੂ ਸਾਰੇ ਪਦਾਰਥ ਦੀ ਰਚਨਾਤਮਕ ਇਕਾਈ ਹਨ। ਜੋ ਸਾਡੇ ਆਸ-ਪਾਸ ਵਸਤੂਆਂ ਸਾਨੂੰ ਨਜ਼ਰ ਆਉਂਦੀਆਂ ਹਨ ਇਹਨਾਂ ਸਾਰਿਆਂ ਦੀ ਰਚਨਾਤਮਕ ਇਕਾਈ ਪਰਮਾਣੂ ਹਨ। ਪਰਮਾਣੂ ਬਹੁਤ ਹੀ ਛੋਟੇ ਹੁੰਦੇ ਹਨ। ਹੁਣ ਤੁਹਾਡੇ ਮਨ 'ਚ ਇਹ ਸਵਾਲ ਉੱਠ ਰਿਹਾ ਹੋਵੇਗਾ ਕਿ ਕਿੰਨੇ ਕੁ ਛੋਟੇ? ਤਾਂ ਬੇਟਾ ਲੱਖਾਂ ਪਰਮਾਣੂਆਂ ਨੂੰ ਵੀ ਜੇ ਅਸੀਂ ਇੱਕ ਚੱਠੇ ਦੇ ਰੂਪ ਵਿੱਚ ਰੱਖੀਏ ਤਾਂ ਬੜੀ ਮੁਸ਼ਕਲ ਨਾਲ ਕਾਗਜ਼ ਦੀ ਇੱਕ ਸ਼ੀਟ ਜਿੰਨੀ ਮੋਟੀ ਪਰਤ ਬਣ ਸਕੇਗੀ। ਪਰ ਲੱਖਾਂ ਪਰਮਾਣੂਆਂ ਨੂੰ ਇੱਕ ਦੇ ਉੱਪਰ ਇੱਕ ਜੇ ਚਿਣ ਲਈਏ ਆਪਾਂ ਤਾਂ ਇੱਕ ਕਾਗਜ਼ ਦੀ ਸ਼ੀਟ ਕਿੰਨੀ ਮੋਟੀ ਹੁੰਦੀ ਹੈ, ਉਨੀ ਕੁ ਮੋਟੀ ਪਰਤ ਬਣੇਗੀ। ਪਰ ਇਹ ਪਰਮਾਣੂ ਇੰਨੇ ਛੋਟੇ ਹੁੰਦੇ ਹਨ ਕਿ ਇਹਨਾਂ ਨੂੰ ਨੰਗੀਆਂ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ। ਪਰ ਅੱਜ ਕਿਉਂਕਿ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ, ਬਹੁਤ ਸਾਰੀਆਂ ਨਵੀਆਂ ਤਕਨੀਕਾਂ ਆ ਗਈਆਂ ਨੇ ਔਰ ਬਹੁਤ ਸਾਰੇ ਅਜਿਹੇ ਸਾਧਨ ਉਪਲਬਧ ਹਨ ਜਿਨ੍ਹਾਂ ਦੀ ਮਦਦ ਨਾਲ ਅੱਜ ਅਸੀਂ ਪਰਮਾਣੂਆਂ ਨੂੰ ਦੇਖ ਵੀ ਸਕਦੇ ਹਾਂ। ਸੋ ਹੁਣ ਅਸੀਂ ਆਧੁਨਿਕ ਤਕਨੀਕਾਂ ਦੀ ਸਹਾਇਤਾ ਨਾਲ ਤੱਤਾਂ ਦੀ ਸਤ੍ਹਾ ਦੇ ਵੱਡਦਰਸ਼ੀ ਪ੍ਰਤੀਬਿੰਬ ਪ੍ਰਾਪਤ ਕਰ ਸਕਦੇ ਹਾਂ ਜਿਨ੍ਹਾਂ ਵਿੱਚ ਮੌਜੂਦ ਪਰਮਾਣੂ ਸਪਸ਼ਟ ਦਿਖਾਈ ਦਿੰਦੇ ਹਨ। ਇਸ ਚਿੱਤਰ ਨੂੰ ਧਿਆਨ ਨਾਲ ਦੇਖੋ। ਇਹ ਤੁਹਾਡੀ ਕਿਤਾਬ ਦੇ ਵਿੱਚ ਹੀ ਮੌਜੂਦ ਹੈ। ਇਸ ਦੀ ਸਤ੍ਹਾ ਉੱਤੇ ਪਰਮਾਣੂਆਂ ਨੂੰ ਦੇਖਿਆ ਜਾ ਸਕਦਾ ਹੈ। ਇਹ ਪਰਮਾਣੂਆਂ ਦਾ ਹੀ ਪ੍ਰਤੀਬਿੰਬ ਹੈ ਜਿਸ ਨੂੰ ਕਿ ਆਧੁਨਿਕ ਤਕਨੀਕਾਂ ਦੇ ਨਾਲ ਪ੍ਰਾਪਤ ਕੀਤਾ ਗਿਆ ਹੈ। ਸੋ ਅੱਜ ਇਹ ਸੰਭਵ ਹੋ ਸਕਿਆ ਹੈ ਕਿ ਅਸੀਂ ਇਹਨਾਂ ਨੂੰ ਦੇਖ ਸਕੀਏ। ਪਰਮਾਣੂ ਦਾ ਆਕਾਰ ਕਿੰਨਾ ਕੁ ਹੁੰਦਾ ਹੈ? ਜੇ ਅਸੀਂ ਨਾਪਣਾ ਚਾਹੀਏ ਤਾਂ ਕੀ ਅਸੀਂ ਉਸ ਦੇ ਆਕਾਰ ਨੂੰ ਨਾਪ ਸਕਦੇ ਹਾਂ? ਅਗਲਾ ਸਵਾਲ ਸਾਡੇ ਮਨ 'ਚ ਇਹ ਉੱਠੇਗਾ। ਬਿਲਕੁਲ ਨਾਪ ਸਕਦੇ ਹਾਂ, ਪਰ ਉਸ ਦੇ ਲਈ ਸਾਨੂੰ ਕਿਹੜੀ ਇਕਾਈ ਦੀ ਵਰਤੋਂ ਕਰਨੀ ਪਏਗੀ? ਕਿਆ ਮੀਟਰ ਦੀ ਵਰਤੋਂ ਕਰਾਂਗੇ ਜਾਂ ਸੈਂਟੀਮੀਟਰ ਦੀ ਜਾਂ ਮਿਲੀਮੀਟਰ ਦੀ? ਨਹੀਂ, ਇਹ ਸਾਰੀਆਂ ਹੀ ਇਕਾਈਆਂ
ਪਰਮਾਣੂ ਦੇ ਮੁਕਾਬਲੇ ਬਹੁਤ ਵੱਡੀਆਂ ਹਨ। ਸੋ ਇਸ ਕਰਕੇ ਅਸੀਂ ਇਹਨਾਂ ਦਾ ਇਸਤੇਮਾਲ ਨਹੀਂ ਕਰਾਂਗੇ। ਤੁਸੀਂ ਦੇਖਿਆ ਹੋਵੇਗਾ ਕਿ ਵੱਡੀਆਂ ਦੂਰੀਆਂ ਨਾਪਣ ਵਾਸਤੇ ਜਾਂ ਵੱਡੀਆਂ ਲੰਬਾਈਆਂ ਨਾਪਣ ਵਾਸਤੇ ਅਸੀਂ ਵੱਡੀ ਇਕਾਈ ਦੀ ਵਰਤੋਂ ਕਰਦੇ ਹਾਂ। ਇਸੇ ਤਰ੍ਹਾਂ ਛੋਟੇ ਆਕਾਰ ਦੀ ਵਸਤੂ ਲਈ ਛੋਟੀ ਇਕਾਈ ਦੀ ਵਰਤੋਂ ਕਰਾਂਗੇ। ਜੇ ਅਸੀਂ ਕਿਸੇ ਸ਼ਹਿਰਾਂ ਵਿਚਲੀ ਦੂਰੀ ਨਾਪਣੀ ਹੋਵੇ ਤਾਂ ਅਸੀਂ ਕਿਲੋਮੀਟਰਾਂ ਵਿੱਚ ਨਾਪਦੇ ਹਾਂ। ਜੇ ਅਸੀਂ ਕਿਸੇ ਕਾਪੀ ਦੀ ਲੰਬਾਈ ਨਾਪਣੀ ਹੋਵੇ ਤਾਂ ਅਸੀਂ ਸੈਂਟੀਮੀਟਰਾਂ ਵਿੱਚ ਨਾਪਦੇ ਹਾਂ, ਅਤੇ ਜੇ ਅਸੀਂ ਉਸ ਤੋਂ ਵੀ ਛੋਟੀ ਵਸਤੂ ਦੀ ਲੰਬਾਈ ਨਾਪਣੀ ਹੋਵੇ ਤਾਂ ਅਸੀਂ ਮਿਲੀਮੀਟਰਾਂ ਵਿੱਚ ਵੀ ਨਾਪਦੇ ਹਾਂ। ਪਰੰਤੂ ਪਰਮਾਣੂ ਉਸ ਤੋਂ ਵੀ ਛੋਟੇ ਆਕਾਰ ਦੇ ਹਨ। ਇਸ ਨੂੰ ਮਿਲੀਮੀਟਰਾਂ ਵਿੱਚ ਵੀ ਨਹੀਂ ਨਾਪਿਆ ਜਾ ਸਕਦਾ। ਇਸ ਦੇ ਲਈ ਇੱਕ ਵੱਖਰੀ ਇਕਾਈ ਨੈਨੋਮੀਟਰ ਦੀ ਵਰਤੋਂ ਕੀਤੀ ਜਾਂਦੀ ਹੈ। ਨੈਨੋਮੀਟਰ NM, ਇਹ ਇੱਕ ਮੀਟਰ ਦਾ ਹੀ ਭਾਗ ਹੁੰਦਾ ਹੈ। ਔਰ 1 ਮੀਟਰ ਵਿੱਚ ਕਿੰਨੇ ਨੈਨੋਮੀਟਰ ਹੁੰਦੇ ਹਨ? 10 ਦੀ ਘਾਤ 9 ਨੈਨੋਮੀਟਰ। ਯਾਨੀ ਕਿ 1 ਮੀਟਰ ਨੂੰ ਅਸੀਂ 10 ਦੀ ਘਾਤ 9 ਹਿੱਸਿਆਂ ਦੇ ਵਿੱਚ ਜਦੋਂ ਵੰਡਾਂਗੇ ਤਾਂ ਹਰ ਇੱਕ ਹਿੱਸਾ 1 ਨੈਨੋਮੀਟਰ ਦੇ ਬਰਾਬਰ ਹੋਵੇਗਾ, ਜਾਂ ਹਰ ਇੱਕ ਭਾਗ ਜਿਹੜਾ ਹੈ ਉਹ 1 ਨੈਨੋਮੀਟਰ ਨੂੰ ਦਰਸਾਏਗਾ। ਸੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਕਿੰਨੀ ਕੁ ਛੋਟੀ ਇਕਾਈ ਹੋਵੇਗੀ। ਹੁਣ ਇਸ ਤੋਂ ਬਾਅਦ ਅਸੀਂ ਆਉਂਦੇ ਹਾਂ ਤੱਤਾਂ ਦੇ ਨਾਮ ਦੇ ਉੱਪਰ। ਇਸ ਦੇ ਲਈ ਵੀ ਵਿਗਿਆਨੀਆਂ ਨੇ ਵਿਉਂਤਪੱਤੀ ਕੀਤੀ। ਸ਼ੁਰੂ ਦੇ ਵਿੱਚ ਤੱਤਾਂ ਦੇ ਨਾਵਾਂ ਦੀ ਵਿਉਂਤਪੱਤੀ ਸਥਾਨਾਂ ਦੇ ਨਾਵਾਂ ਤੋਂ ਕੀਤੀ ਗਈ ਜਿੱਥੋਂ ਉਹ ਸਭ ਤੋਂ ਪਹਿਲਾਂ ਮਿਲੇ। ਉਦਾਹਰਣ ਦੇ ਤੌਰ ਤੇ ਤਾਂਬਾ, ਜਿਸ ਨੂੰ ਕਿ ਕਾਪਰ ਕਿਹਾ ਜਾਂਦਾ ਹੈ, ਇਹ ਸਭ ਤੋਂ ਪਹਿਲਾਂ ਸਿਪਰਸ ਤੋਂ ਮਿਲਿਆ ਸੀ। ਸੋ ਇਸੇ ਕਰਕੇ ਇਸ ਦਾ ਨਾਮ ਕਾਪਰ ਰੱਖਿਆ ਗਿਆ ਜਾਂ ਕਿਊਪਰਸ। ਕੁਝ ਤੱਤਾਂ ਦੇ ਨਾਵਾਂ ਨੂੰ ਵਿਸ਼ਿਸ਼ਟ ਰੰਗਾਂ ਤੋਂ ਲਿਆ ਗਿਆ, ਜਿਵੇਂ ਕਿ ਗੋਲਡ। ਅੰਗਰੇਜ਼ੀ ਅੱਖਰ ਜਿਸ ਤੋਂ ਉਹ ਨਾਮ ਲਿਆ ਗਿਆ ਉਸ ਦਾ ਅਰਥ ਪੀਲਾ ਹੁੰਦਾ ਹੈ, ਕਿਉਂਕਿ ਸੋਨਾ ਪੀਲੇ ਰੰਗ ਦਾ ਹੁੰਦਾ ਹੈ। ਇਸ ਕਰਕੇ ਉਸ ਦਾ ਨਾਮ ਉਸ ਦੇ ਰੰਗ ਤੋਂ ਲਿਆ ਗਿਆ। ਪਰ ਅੱਜ ਕੱਲ੍ਹ ਤੱਤਾਂ ਦੇ ਨਾਵਾਂ ਦੀ ਵਿਉਂਤਪੱਤੀ ਲਈ ਇੱਕ ਸੰਸਥਾ ਵਿਸ਼ੇਸ਼ ਤੌਰ ਤੇ ਕੰਮ ਕਰਦੀ ਹੈ, ਜਿਸ ਨੂੰ ਕਿ ਅਸੀਂ IUPAC ਕਹਿੰਦੇ ਹਾਂ। IUPAC ਇੰਟਰਨੈਸ਼ਨਲ ਯੂਨੀਅਨ ਆਫ ਪਿਓਰ ਐਂਡ ਐਪਲਾਈਡ ਕੈਮਿਸਟਰੀ, IUPAC। ਇਹ ਸੰਸਥਾ ਤੱਤਾਂ ਦੇ ਨਾਵਾਂ ਨੂੰ ਮਨਜ਼ੂਰੀ ਦਿੰਦੀ ਹੈ। ਆਮ ਤੌਰ ਤੇ ਤੱਤਾਂ ਦੇ ਨਾਮ ਅਸੀਂ ਬਾਰ-ਬਾਰ ਨਹੀਂ ਲਿਖ ਸਕਦੇ, ਖਾਸ ਕਰਕੇ ਜਦੋਂ ਅਸੀਂ ਰਸਾਇਣਿਕ ਕਿਰਿਆਵਾਂ ਲਿਖਣੀਆਂ ਹੋਣ ਤਾਂ ਬਾਰ-ਬਾਰ ਤੱਤਾਂ ਦੇ ਨਾਮ ਲਿਖਣ ਦੇ ਵਿੱਚ ਅਸੀਂ ਆਪਣਾ ਸਮਾਂ ਨਹੀਂ ਬਰਬਾਦ ਕਰਨਾ ਚਾਹੁੰਦੇ। ਉਸ ਦੇ ਲਈ ਸਾਨੂੰ ਤੱਤਾਂ ਦੇ ਸੰਕੇਤਾਂ ਦੀ ਜ਼ਰੂਰਤ ਪੈਂਦੀ ਹੈ। ਤਾਂ ਇਸੇ ਸੰਸਥਾ ਨੇ ਤੱਤਾਂ ਦੇ ਸੰਕੇਤਾਂ ਨੂੰ ਵੀ ਮਨਜ਼ੂਰੀ ਦਿੱਤੀ। ਆਮ ਤੌਰ ਤੇ ਤੱਤਾਂ ਦੇ ਸੰਕੇਤ ਉਹਨਾਂ ਤੱਤਾਂ ਦੇ ਅੰਗਰੇਜ਼ੀ ਨਾਵਾਂ ਦੇ 1 ਜਾਂ 2 ਅੱਖਰਾਂ ਦੇ ਬਣੇ ਹੁੰਦੇ ਹਨ। ਕਿਸੇ ਸੰਕੇਤ ਦੇ ਪਹਿਲੇ ਅੱਖਰ ਨੂੰ ਹਮੇਸ਼ਾ ਵੱਡੇ ਅੱਖਰ ਵਿੱਚ ਜਾਂ ਕੈਪੀਟਲ ਲੈਟਰ ਵਿੱਚ ਅਤੇ ਦੂਜੇ ਅੱਖਰ ਨੂੰ ਛੋਟੇ ਅੱਖਰ ਜਾਂ ਸਮਾਲ ਲੈਟਰ ਵਿੱਚ ਲਿਖਿਆ ਜਾਂਦਾ ਹੈ। ਜਿਵੇਂ ਕਿ ਅਸੀਂ ਉਦਾਹਰਣ ਲੈ ਸਕਦੇ ਹਾਂ, ਹਾਈਡਰੋਜਨ। ਹਾਈਡਰੋਜਨ ਦਾ ਸੰਕੇਤ H ਹੈ ਔਰ ਇਸ ਨੂੰ ਕੈਪੀਟਲ ਵਿੱਚ ਹੀ ਲਿਖਿਆ ਜਾਂਦਾ ਹੈ। ਇੱਕ ਦੂਸਰਾ ਤੱਤ ਕੋਬਾਲਟ, ਉਸ ਦਾ ਸੰਕੇਤ CO ਹੈ। ਇਸ ਵਿੱਚ ਪਹਿਲਾ ਅੱਖਰ ਕੈਪੀਟਲ ਲਿਖਿਆ ਜਾਏਗਾ C ਔਰ ਦੂਸਰਾ ਅੱਖਰ ਸਮਾਲ ਲੈਟਰ ਵਿੱਚ ਲਿਖਿਆ ਜਾਏਗਾ।
ਇਸੇ ਤਰ੍ਹਾਂ ਕੁਝ ਤੱਤਾਂ ਦੇ ਸੰਕੇਤ ਉਹਨਾਂ ਦੇ ਅੰਗਰੇਜ਼ੀ ਨਾਵਾਂ ਦੇ ਪਹਿਲੇ ਅੱਖਰ ਦੇ ਬਾਅਦ ਵਿੱਚ ਆਉਣ ਵਾਲੇ ਕਿਸੇ ਅੱਖਰ ਨੂੰ ਜੋੜ ਕੇ ਬਣਾਉਂਦੇ ਹਨ। ਉਦਾਹਰਣ ਕਲੋਰੀਨ। ਕਲੋਰੀਨ ਸ਼ਬਦ ਦੇ ਵਿੱਚ ਸੀ ਤੋਂ ਬਾਅਦ ਵੈਸੇ ਤਾਂ ਐਚ ਆਉਂਦਾ ਹੈ, ਪਰੰਤੂ ਇਸ ਦਾ ਸੰਕੇਤ ਲਿਖਣ ਲੱਗੇ ਸੀ ਦੇ ਨਾਲ ਐਲ ਦੀ ਵਰਤੋਂ ਕੀਤੀ ਜਾਂਦੀ ਹੈ। ਇੱਥੇ ਸੀ ਵੱਡਾ ਜਾਂ ਕੈਪੀਟਲ ਅਤੇ ਐਲ ਛੋਟਾ ਜਾਂ ਸਮਾਲ ਲੈਟਰ ਵਿੱਚ ਲਿਖਿਆ ਜਾਂਦਾ ਹੈ। ਇਸੇ ਤਰ੍ਹਾਂ ਜ਼ਿੰਕ ਵਿੱਚ ਅਸਲ ਵਿੱਚ ਜ਼ੈਡ ਤੋਂ ਬਾਅਦ ਆਈ ਆਉਂਦਾ ਹੈ, ਪਰੰਤੂ ਇਸ ਦਾ ਸੰਕੇਤ ਲਿਖਣ ਲੱਗੇ ਅਸੀਂ ਜ਼ੈਡ ਅਤੇ ਐਨ ਦੀ ਵਰਤੋਂ ਕਰਦੇ ਹਾਂ। ਜ਼ੈਡ ਕੈਪੀਟਲ ਲੈਟਰ ਵਿੱਚ ਅਤੇ ਐਨ ਛੋਟੇ ਅੱਖਰਾਂ ਵਿੱਚ। ਹੋਰ ਤੱਤਾਂ ਦੇ ਸੰਕੇਤਾਂ ਨੂੰ ਲੈਟਿਨ, ਜਰਮਨ ਜਾਂ ਗ੍ਰੀਕ ਭਾਸ਼ਾਵਾਂ ਵਿੱਚ ਉਹਨਾਂ ਦੇ ਨਾਵਾਂ ਤੋਂ ਬਣਾਇਆ ਗਿਆ ਹੈ। ਉਦਾਹਰਣ ਵਜੋਂ ਲੋਹੇ ਦਾ ਸੰਕੇਤ Fe ਹੈ, ਜੋ ਉਸਦੇ ਲੈਟਿਨ ਨਾਂ ਫੈਰਮ ਤੋਂ ਬਣਾਇਆ ਗਿਆ ਹੈ। ਲੈਟਿਨ ਭਾਸ਼ਾ ਵਿੱਚ ਲੋਹੇ ਨੂੰ ਫੈਰਮ ਕਿਹਾ ਜਾਂਦਾ ਹੈ, ਇਸੇ ਕਰਕੇ ਉਸ ਦਾ ਸੰਕੇਤ Fe ਹੈ, F ਕੈਪੀਟਲ E ਸਮਾਲ ਲੈਟਰ। ਇਸੇ ਤਰ੍ਹਾਂ ਸੋਡੀਅਮ ਦਾ ਸੰਕੇਤ Na ਅਤੇ ਪੋਟਾਸ਼ੀਅਮ ਦਾ ਸੰਕੇਤ K ਕ੍ਰਮਵਾਰ ਨੈਟਰੀਅਮ ਅਤੇ ਕੈਲੀਅਮ ਤੋਂ ਬਣੇ ਹਨ। ਸੋ ਵੱਖ-ਵੱਖ ਭਾਸ਼ਾਵਾਂ ਦੇ ਅੱਖਰ ਵੀ ਇਹਨਾਂ ਤੱਤਾਂ ਦੇ ਸੰਕੇਤ ਬਣੇ ਹਨ। ਇਸ ਚਿੱਤਰ ਵਿੱਚ, ਜੋ ਕਿ ਤੁਹਾਡੀ ਕਿਤਾਬ ਵਿੱਚ ਵੀ ਮੌਜੂਦ ਹੈ, ਕੁਝ ਤੱਤਾਂ ਦੇ ਸੰਕੇਤ ਦਰਸਾਏ ਗਏ ਹਨ। ਇਹ ਸੰਕੇਤ ਬਹੁਤ ਹੀ ਮਸ਼ਹੂਰ ਵਿਗਿਆਨੀ ਡਾਲਟਨ ਦੁਆਰਾ ਸੁਝਾਏ ਗਏ ਸਨ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਤੱਤਾਂ ਨੂੰ ਆਮ ਉਸ ਸਮੇਂ ਪਾਏ ਜਾਣ ਵਾਲੇ ਤੱਤ ਕਾਰਬਨ, ਆਕਸੀਜਨ, ਆਇਰਨ, ਸਲਫਰ, ਸੀਸਾ, ਸਿਲਵਰ, ਪਲੈਟੀਨਾ, ਪਾਰਾ, ਕਾਪਰ, ਗੋਲਡ ਆਦਿ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਦਰਸਾਇਆ ਗਿਆ ਹੈ, ਪਰੰਤੂ ਇਹ ਪ੍ਰਕਿਰਿਆ ਵੀ ਸਮੇਂ ਦੀ ਬਚਤ ਕਰਨ ਵਾਲੀ ਨਹੀਂ ਸੀ। ਸੋ ਇਸ ਕਰਕੇ ਹੁਣ ਜੋ ਤੱਤਾਂ ਦੇ ਸੰਕੇਤ ਵਰਤੋਂ ਵਿੱਚ ਕੀਤੇ ਜਾਂਦੇ ਹਨ, ਉਹਨਾਂ ਦੀ ਸਾਰਣੀ ਆਪਾਂ ਅੱਗੇ ਦੇਖਦੇ ਹਾਂ। ਇਹ ਸਾਰਣੀ ਵੀ ਤੁਹਾਡੀ ਕਿਤਾਬ ਦੇ ਵਿੱਚ ਹੀ ਦਿੱਤੀ ਗਈ ਹੈ। ਇਸ ਸਾਰਣੀ ਵਿੱਚ ਤੁਸੀਂ ਦੇਖੋਗੇ ਕਿ ਤੱਤਾਂ ਦੇ ਨਾਮ ਲਿਖੇ ਹੋਏ ਹਨ ਅਤੇ ਉਹਨਾਂ ਦੇ ਸਾਹਮਣੇ ਉਹਨਾਂ ਦੇ ਸੰਕੇਤ ਲਿਖੇ ਗਏ ਹਨ। 3 ਕਾਲਮ ਦਿੱਤੇ ਹੋਏ ਹਨ। ਆਮ ਪਾਏ ਜਾਣ ਵਾਲੇ ਤੱਤ ਅਤੇ ਉਹਨਾਂ ਦੇ ਨਾਮ, ਜਿਵੇਂ ਕਿ ਐਲੂਮੀਨੀਅਮ ਦਾ Al, ਆਰਗਨ ਦਾ Ar, ਬੇਰੀਅਮ ਦਾ Ba, ਬੋਰਾਨ ਦਾ B, ਬ੍ਰੋਮੀਨ ਦਾ Br, ਕੈਲਸ਼ੀਅਮ ਦਾ Ca, ਕਾਰਬਨ ਦਾ C। ਇਸੇ ਤਰ੍ਹਾਂ ਵੱਖੋ ਵੱਖਰੇ ਤੱਤਾਂ ਦੀ ਅਤੇ ਉਹਨਾਂ ਦੇ ਸੰਕੇਤਾਂ ਨੂੰ ਇਸ ਸਾਰਣੀ ਵਿੱਚ ਲਿਖਿਆ ਗਿਆ ਹੈ। ਤੁਸੀਂ ਸਾਰਿਆਂ ਨੇ ਇਸ ਸਾਰਣੀ ਨੂੰ ਯਾਦ ਵੀ ਕਰਨਾ ਹੈ, ਇਹਨਾਂ ਤੱਤਾਂ ਦੇ ਸਾਰੇ ਸੰਕੇਤਾਂ ਨੂੰ ਲਿਖ ਕੇ ਵੀ ਦੇਖਣਾ ਹੈ ਔਰ ਇਹਨਾਂ ਨੂੰ ਵਿਹਲੇ ਸਮੇਂ ਦੇ ਵਿੱਚ ਯਾਦ ਵੀ ਕਰਨਾ ਹੈ, ਕਿਉਂਕਿ ਇਹ ਸਾਨੂੰ ਰਸਾਇਣਿਕ ਕਿਰਿਆਵਾਂ ਲਿਖਣ ਲੱਗੇ ਜ਼ਰੂਰਤ ਪਏਗੀ। ਇਸ ਤੋਂ ਬਾਅਦ ਅਸੀਂ ਆਉਂਦੇ ਹਾਂ ਪਰਮਾਣੂ ਪੁੰਜ ਤੇ। ਹੁਣ ਪਰਮਾਣੂਆਂ ਦਾ ਪੁੰਜ ਕਿੰਨਾ ਹੁੰਦਾ ਹੈ, ਉਸ ਨੂੰ ਕਿਸ ਇਕਾਈ ਨਾਲ ਮਾਪਿਆ ਜਾਏ। ਸ਼ੁਰੂ ਵਿੱਚ ਵਿਗਿਆਨੀਆਂ ਨੇ ਕੁਦਰਤੀ ਮਿਲਦੀ ਆਕਸੀਜਨ ਨੂੰ ਪਰਮਾਣੂ ਪੁੰਜ ਦੇ 1/16 ਭਾਗ ਨੂੰ ਇਕਾਈ ਦੇ ਰੂਪ ਵਿੱਚ ਲਿਆ। ਅੱਗੇ ਆ ਕੇ 1961 ਵਿੱਚ ਪਰਮਾਣੂਆਂ ਦੇ ਪੁੰਜਾਂ ਨੂੰ ਪਤਾ ਕਰਨ ਲਈ ਪਰਮਾਣੂ ਪੁੰਜ ਇਕਾਈ ਕਾਰਬਨ 12 ਸਮਸਥਾਨਿਕ ਮਾਨਕ ਸੰਦਰਭ ਦੇ ਰੂਪ ਵਿੱਚ ਸਰਵ ਵਿਆਪਕ ਰੂਪ ਨਾਲ ਸਵੀਕਾਰ ਕੀਤਾ ਗਿਆ। ਸੋ ਪਹਿਲਾਂ ਆਕਸੀਜਨ ਪਰਮਾਣੂ ਦੇ ਪੁੰਜ ਨੂੰ ਇਕਾਈ ਦੇ ਰੂਪ ਵਿੱਚ ਲਿਆ ਗਿਆ ਸੀ, ਪਰੰਤੂ ਬਾਅਦ ਵਿੱਚ ਕਾਰਬਨ 12, ਜੋ ਕਿ ਕਾਰਬਨ ਦਾ ਹੀ ਇੱਕ ਸਮਸਥਾਨਿਕ ਹੈ,
ਇਸ ਦੇ ਪੁੰਜ ਨੂੰ ਪੁੰਜ ਇਕਾਈ ਦੇ ਤੌਰ ਤੇ ਵਰਤਿਆ ਜਾਣ ਲੱਗਾ। ਕਾਰਬਨ 1/12 ਭਾਗ ਨੂੰ ਮਾਣਕ ਪਰਮਾਣੂ ਪੁੰਜ ਇਕਾਈ ਦੇ ਰੂਪ ਵਿੱਚ ਲੈਂਦੇ ਹਨ। ਕਾਰਬਨ 12 ਸਮਸਥਾਨਿਕ ਦੇ ਇੱਕ ਪਰਮਾਣੂ ਪੁੰਜ ਦੇ ਸਾਪੇਖ ਸਾਰੇ ਤੱਤਾਂ ਦੇ ਪਰਮਾਣੂ ਪੁੰਜ ਪ੍ਰਾਪਤ ਕੀਤੇ ਗਏ। ਪਰਮਾਣੂ ਪੁੰਜ ਦੀ ਪਰਿਭਾਸ਼ਾ ਅਤੇ ਇਕਾਈ। ਕਿਸੇ ਤੱਤ ਦੇ ਸਾਪੇਖਕ ਪਰਮਾਣੂ ਪੁੰਜ ਨੂੰ ਉਸਦੇ ਪਰਮਾਣੂਆਂ ਦੇ ਔਸਤ ਪੁੰਜ ਦਾ ਕਾਰਬਨ 12 ਪਰਮਾਣੂ ਪੁੰਜ ਦੇ 1/12ਵੇਂ ਭਾਗ ਦੇ ਅਨੁਪਾਤ ਨਾਲ ਪਰਿਭਾਸ਼ਿਤ ਕੀਤਾ ਗਿਆ ਹੈ। ਸ਼ੁਰੂ ਵਿੱਚ ਪਰਮਾਣੂ ਪੁੰਜ ਨੂੰ AMU ਦੁਆਰਾ ਲਿਖਦੇ ਸਨ। AMU ਮਤਲਬ ਐਟੋਮਿਕ ਮਾਸ ਯੂਨਿਟ ਜਾਂ ਪਰਮਾਣੂ ਪੁੰਜ ਇਕਾਈ। ਪਰ ਅੱਜਕੱਲ੍ਹ IUPAC ਦੇ ਨਵੀਨ ਸਿਫਾਰਸ਼ਾਂ ਦੁਆਰਾ ਇਸ ਨੂੰ ਯੂਨੀਫਾਈਡ ਪੁੰਜ ਦੁਆਰਾ ਪ੍ਰਦਰਸ਼ਿਤ ਕਰਦੇ ਹਨ। ਸੋ ਪਰਮਾਣੂ ਪੁੰਜ ਨੂੰ ਪਹਿਲਾਂ AMU ਦੁਆਰਾ ਲਿਖਿਆ ਜਾਂਦਾ ਸੀ, ਪਰੰਤੂ ਅੱਜਕੱਲ੍ਹ ਇਸ ਨੂੰ U ਦੁਆਰਾ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਪਰਮਾਣੂ ਕਿਸ ਤਰ੍ਹਾਂ ਦੀ ਹੋਂਦ ਰੱਖਦੇ ਹਨ? ਵਧੇਰੇ ਤੱਤਾਂ ਦੇ ਪਰਮਾਣੂ ਸੁਤੰਤਰ ਰੂਪ ਵਿੱਚ ਹੋਂਦ ਵਿੱਚ ਨਹੀਂ ਰਹਿ ਸਕਦੇ। ਉਦਾਹਰਣ ਦੇ ਤੌਰ ਤੇ ਜੇ ਅਸੀਂ ਆਕਸੀਜਨ ਨੂੰ ਲਈਏ ਤਾਂ ਤੁਸੀਂ ਕਈ ਛੋਟੀਆਂ ਕਲਾਸਾਂ ਵਿੱਚ ਵੀ ਉਸ ਦੇ ਸੰਕੇਤ ਲਿਖੇ ਹੋਣਗੇ। ਆਮ ਤੌਰ ਤੇ ਆਪਾਂ O2 ਲਿਖਦੇ ਹਾਂ। ਕਾਰਨ ਕੀ ਹੈ? ਕਿਉਂਕਿ ਆਕਸੀਜਨ ਦਾ ਪਰਮਾਣੂ ਇਕੱਲਾ ਨਹੀਂ ਰਹਿ ਸਕਦਾ, ਹਮੇਸ਼ਾ ਦੋ ਪਰਮਾਣੂ ਇਕੱਠੇ ਰਹਿੰਦੇ ਹਨ। ਇਸੇ ਤਰ੍ਹਾਂ ਹਾਈਡਰੋਜਨ ਨੂੰ ਅਸੀਂ ਆਮ ਤੌਰ ਤੇ H2 ਲਿਖਦੇ ਹਾਂ। ਕਾਰਨ ਹਾਈਡਰੋਜਨ ਦਾ ਵੀ ਪਰਮਾਣੂ ਇਕੱਲਾ ਨਹੀਂ ਰਹਿ ਸਕਦਾ, ਇਹ ਵੀ ਦੋ ਪਰਮਾਣੂ ਮਿਲ ਕੇ ਰਹਿੰਦੇ ਹਨ। ਨਾਈਟ੍ਰੋਜਨ ਵੀ ਇਸੇ ਤਰ੍ਹਾਂ ਦੋ ਪਰਮਾਣੂ ਮਿਲ ਕੇ ਰਹਿੰਦੇ ਹਨ। ਪਰ ਕਈ ਅਜਿਹੇ ਤੱਤ ਵੀ ਹਨ ਜਿੱਥੇ ਇਸ ਤੋਂ ਜ਼ਿਆਦਾ ਗਿਣਤੀ ਵਿੱਚ ਵੀ ਪਰਮਾਣੂ ਇਕੱਠੇ ਰਹਿੰਦੇ ਹਨ, ਜਿਵੇਂ ਕਿ ਸਲਫਰ। ਸਲਫਰ ਵਿੱਚ 8 ਪਰਮਾਣੂ ਇਕੱਠੇ ਰਹਿੰਦੇ ਹਨ। ਇਸ ਕਰਕੇ ਉਸ ਦਾ ਸੰਕੇਤ ਲਿਖਣ ਲੱਗੇ ਅਸੀਂ ਉਸ ਦੇ ਅਣੂ ਨੂੰ ਦਰਸਾਉਣ ਲਈ ਅਸੀਂ S8 ਲਿਖਦੇ ਹਾਂ। ਪਰਮਾਣੂ ਅਣੂ ਅਤੇ ਆਇਨ ਬਣਾਉਂਦੇ ਹਨ। ਇਹ ਆਪਸ ਵਿੱਚ ਸੰਯੋਗ ਕਰਦੇ ਹਨ ਤਾਂ ਅਣੂ ਬਣਦੇ ਹਨ ਅਤੇ ਇਸੇ ਤਰੀਕੇ ਨਾਲ ਹੀ ਆਇਨ ਵੀ ਬਣਦੇ ਹਨ। ਇਹ ਅਣੂ ਅਤੇ ਆਇਨ ਬਹੁਤ ਜ਼ਿਆਦਾ ਸੰਖਿਆ ਵਿੱਚ ਇਕੱਠੇ ਹੋ ਕੇ ਉਹ ਪਦਾਰਥ ਬਣਾਉਂਦੇ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਆਲੇ ਦੁਆਲੇ ਦੇਖ ਸਕਦੇ ਹਾਂ, ਅਨੁਭਵ ਕਰ ਸਕਦੇ ਹਾਂ ਅਤੇ ਛੂ ਸਕਦੇ ਹਾਂ। ਸੋ ਇਹਨਾਂ ਸਾਰਿਆਂ ਤੋਂ ਤੁਹਾਨੂੰ ਜਾਣਕਾਰੀ ਹੋ ਹੀ ਗਈ ਹੋਏਗੀ ਕਿ ਜੋ ਸਾਡੇ ਆਸ-ਪਾਸ ਅਸੀਂ ਵਸਤੂਆਂ ਜਾਂ ਪਦਾਰਥ ਦੇਖਦੇ ਹਾਂ, ਉਹਨਾਂ ਦੀ ਰਚਨਾਤਮਕ ਇਕਾਈ ਅਸਲ ਵਿੱਚ ਪਰਮਾਣੂ ਹੀ ਹੈ। ਭਾਵੇਂ ਸਾਨੂੰ ਉਹ ਦਿਖਾਈ ਨਹੀਂ ਦਿੰਦੇ, ਇਹੀ ਪਰਮਾਣੂ ਮਿਲ ਕੇ ਯੌਗਿਕ ਬਣਾਉਂਦੇ ਹਨ। ਇਹੀ ਪਰਮਾਣੂ ਮਿਲ ਕੇ ਅਣੂ ਬਣਾਉਂਦੇ ਹਨ, ਆਇਨ ਬਣਾਉਂਦੇ ਹਨ ਅਤੇ ਉਹ ਪਦਾਰਥ ਬਣਾਉਂਦੇ ਹਨ ਜੋ ਕਿ ਸਾਨੂੰ ਆਪਣੇ ਆਲੇ ਦੁਆਲੇ ਨਜ਼ਰ ਆਉਂਦੇ ਹਨ। ਸੋ ਇਹਨਾਂ ਪਰਮਾਣੂਆਂ ਦੀ ਸਾਡੇ ਜੀਵਨ ਵਿੱਚ ਬਹੁਤ ਹੀ ਮਹੱਤਤਾ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਰਮਾਣੂਆਂ ਦੇ ਬਾਰੇ ਕਾਫੀ ਜਾਣਕਾਰੀ ਹਾਸਲ ਹੋ ਗਈ ਹੋਵੇਗੀ।